तव सर्ब नाम कथै कवन, कर्म नाम बरणत सुमत। तू ठाकरो बैरागरो, न जही कण चेरी राम। तू सागरो रतनगरो, हो सार न जाना तेरी राम। सार न जाना तू वडदाना, कर मेहरमत साईं। कृपा कीजै सामत दीजै, आठ पहर तुद तिहाई। गर्भ ना कीजै ऋण होवीजै, तां गत जीरे तेरी। सब ऊपर नानक का ठाकुर, न जही घन चेरी राम। सब ऊपर नानक का ठाकुर, मैं जही घन चेरी राम। सपन चरित्र चित्र, बानक बने बचित्र। पावन पवित्र मित्र, आज मोरे आए हैं। परम दयाल लाल, लोचन विशाल। मुख बचन रसाल, मध मधुर पियाए हैं। सोबत से जासन, बिलासन दंक माल। प्रेम रस बिस्म हुए, सहज समाये हैं। चातृक शब्द सुन अखियां उघर गई। भई जल मीन गत, बिरहा जगाए हैं। हम अवगुण परे, एक गुण नाही। अमृत छाड़ विख विख खाए। माया मोह परम पै भूले, सुत दारा स्यों एक उत्तम पंथ सुन्यो गुर संगत। तेह मिलंत जम, एक अरदास पाठ कीरत की। गुर रामदास सो कहो टल गुर सेविया। अहनस सहज सो पाए, दर्शन परसै गुरु का। जन्म मरण दुख जाए, होवै सिफत खसामदे। नूर अरसोह कुरसोह चटिया। तुद डिठे सच्चे पातशाह, मल जन्म जन्म दे कटिया। सज्जन सच्चा पातशाहो, सिर साहादा साहो। जिस पास बैठया सोहिया, सबना दावे साहो। सतनाम श्री वाहिगुरु साहिब जी। सोठ महला नौवा। मान रे कौन को मत तैलिनी। परदारा निंदिया रस रचो। राम भगत नह कीनी। मन रे कौन
को मत तैलीनी परदारा निंदिया रस रच्यो राम भगत नह कीनी रहाओ मुकत पंथ जान्यो तैनाहन तन जोरन को ताया अंत संग काहू नहीं दीना बिरथा आप बंधाया ना हर पझियो ना गुरु जन सेव्यो नह उपजो कछ ज्ञाना काटहे माहे निरंजन तेरा ता खोजत उदयाना बहुत जन्म पर मत तहार्यो अस्थिर मत नहीं पाई मानस देह पाए पद हर पाझ नानक बात बताई बहुत जन्म पर मत तहार्यो अस्थिर मत नहीं पाई मानस देह पाए पद हर पाझ नानक बात बताए। वाहिगुरु जी का खालसा वाहिगुरु जी की फतेह। जुगो जुग अटल सतगुरु धन धन श्री गुरु ग्रंथ साहिब जी महाराज। बाणी गुरु गुरु है बाणी ला के सफला और सकारथा कर रहे हो। श्री आसा जी दी वार दे शब्द कीर्तन रागी ਸਿੰਘਾਂ ने गायन ਕੀਤੇ ਹਨ। बहुत ही अदब सत्कार सहित आप जी ने सरवण ਕੀਤੇ ਹਨ। ਅੱਜ ਪਵਿੱਤਰ ਦਿਹਾੜਾ ਹੈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਅੱਜ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਜਗਤ ਮਾਤਾ ਸੁੰਦਰੀ ਜੀ ਦੇ ਉਦਰ ਤੋਂ ਸੁੰਦਰੀ ਜੀ ਦੇ ਉਦਰ ਤੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ ਕਲਗੀਧਰ ਜੀ ਨੂੰ, ਲਾਲ ਜੀ ਮੇਰੇ ਹਿਰਦੇ ਵਿੱਚ ਵੀ ਇੱਛਾ ਹੈ ਕਿ ਮੈਂ ਪੋਤਰੇ ਦਾ ਮੁਖ ਵੇਖਾਂ। ਆਪ ਜੀ ਦੀ ਸ਼ਾਦੀ ਨੂੰ ਕੁਝ ਸਾਲ ਬੀਤ ਗਏ ਹਨ, ਪਰ ਮੇਰੀ ਇਹ ਕਾਂਖਾ ਹਾਲੇ ਪੂਰੀ ਨਹੀਂ ਹੋਈ।
ਕਲਗੀਆਂ ਵਾਲੇ ਪਾਤਸ਼ਾਹ ਨੇ ਬਚਨ ਕੀਤਾ, ਮਾਤਾ ਜੀ ਗੁਰੂ ਨਾਨਕ ਸਾਹਿਬ ਤੁਹਾਡੀ ਇੱਛਾ ਪੂਰੀ ਕਰਨਗੇ। ਅਕਾਲ ਉਸਤਤ ਬਾਣੀ ਦੇ ਜਾਪ ਹੋਏ। ਗੁਰਬਾਣੀ ਦੇ ਜਾਪ ਨਾਲ ਸਤਿਗੁਰਾਂ ਦੀ ਕਲਾ ਵਰਤੀ। ਮਾਤਾ ਸੁੰਦਰੀ ਜੀ ਦੇ ਉਦਰ ਤੋਂ ਅੱਜ ਦੇ ਦਿਨ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭੰਗਾਣੀ ਦਾ ਜੰਗ ਲੜ ਕੇ ਆਏ ਨੇ। ਖਬਰ ਮਿਲੀ, ਮਹਾਰਾਜ ਦੋਹਰੀਆਂ ਵਧਾਈਆਂ ਨੇ ਇੱਕ ਜੰਗ ਜਿੱਤਣ ਦੀ। ਇੱਕ ਆਪ ਜੀ ਦੇ ਗ੍ਰਹਿ ਵਿਖੇ ਸਪੁੱਤਰ ਦਾ ਜਨਮ ਹੋਇਆ। ਕਲਗੀਧਰ ਪਾਤਸ਼ਾਹ ਨੇ ਮੁਖਾਰਬਿੰਦ ਚੋਂ ਬਚਨ ਕੀਤੇ, ਜਿਸ ਬਾਲਕ ਦਾ ਜਨਮ ਹੋਇਆ ਜੰਗ ਜਿੱਤ ਕੇ ਆਏ ਹਾਂ, ਇਹ ਵੀ ਕਿਸੇ ਕੋਲੋਂ ਜਿੱਤਿਆ ਨਹੀਂ ਜਾਵੇਗਾ। ਇਹਨਾਂ ਦਾ ਨਾਮ ਅਜੀਤ ਸਿੰਘ ਹੈ। ਪਾਉਂਟਾ ਸਾਹਿਬ ਦੀ ਧਰਤੀ ਤੇ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਟਿਆਲੇ ਤੋਂ ਵੀ ਕੁਝ ਵੀਰ ਟਰੱਕ ਲੈ ਕੇ ਜਾਂਦੇ ਆ ਸੰਗਤ ਨੂੰ ਨਾਲ ਲੈ ਕੇ। ਅੱਜ ਵੀ ਕਥਾ ਤੋਂ ਬਾਅਦ ਸ਼ਾਇਦ ਉਹ ਜਾਣਗੇ। ਜਿਹੜੇ ਮਾਈ ਭਾਈ ਜਾਣਾ ਚਾਹੁੰਦੇ ਆ ਪਾਉਂਟਾ ਸਾਹਿਬ, ਉਹ ਯਾਤਰਾ ਕਰ ਸਕਦੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਬਚਪਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਵਿੱਚ ਬੀਤਿਆ। ਗੁਰੂ ਸਾਹਿਬ ਜੀ ਦੇ ਕੋਲੋਂ ਗੁਰਸਿੱਖੀ ਦੀ ਗੁੜਤੀ ਗ੍ਰਹਿਣ ਕੀਤੀ ਹੈ। ਖੰਡੇ ਦੀ ਪੌਲ ਮਹਾਰਾਜ ਕਲਗੀਧਰ ਸਵਾਮੀ ਜੀ ਪਾਸੋਂ ਛਕੀ ਹੈ। ਮਹਾਨ ਸੂਰਬੀਰ, ਮਹਾਨ ਤਪਸਵੀ, ਮਹਾਨ ਤਤਵੇਤਾ, ਮਹਾਨ ਯੋਧੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਜਿੱਥੇ ਅੱਜ ਬਾਬਾ ਅਜੀਤ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ, ਮੱਸਿਆ ਦਾ ਦਿਨ ਹੈ, ਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹਰ ਮੱਸਿਆ ਤੇ ਔਰ ਪੂਰਨਮਾਸ਼ੀ ਤੇ ਖੰਡੇ ਦੀ ਪੌਲ ਤਿਆਰ ਹੁੰਦੀ। ਜਿਹੜੇ ਮਾਈ ਭਾਈ ਹਾਲੇ ਖੰਡੇ ਦੀ ਪੌਲ ਨਹੀਂ ਛਕ ਸਕੇ, ਉਹ ਭਾਈ ਅੱਜ 10 ਵਜੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਖੰਡੇ ਦੀ ਪੌਲ ਤਿਆਰ ਹੋਵੇਗੀ। ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਮਹਾਰਾਜ ਜੀ ਦੇ ਖੰਡੇ ਦੀ ਪੌਲ ਛਕ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਧੀਆਂ ਤੇ ਪੁੱਤਰ ਬਣਨ ਦਾ ਮਾਣ ਤੇ ਸਤਿਕਾਰ ਪ੍ਰਾਪਤ ਕਰੋ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ ਤੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਕੌਣ ਕੋ ਮਤ ਤੈ ਲੈਨੇ। ਸੋਰਠ ਮਹੱਲਾ ਨਾਵਾਂ। ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਪਾਵਨ ਅੰਮ੍ਰਿਤ ਬਚਨ ਹਨ। ਪਾਤਸ਼ਾਹ ਫਰਮਾਉਂਦੇ ਹਨ, ਆਪਣੇ ਨਿਜ ਮਨ ਨੂੰ ਸੰਬੋਧਨ ਕਰਦਿਆਂ ਸਾਨੂੰ ਉਪਦੇਸ਼ ਦਿੰਦੇ ਨੇ। ਉੱਤਮ ਵਕਤਾ, ਉੱਤਮ ਉਪਦੇਸ਼ ਕਰਤਾ ਉਹੀ ਹੈ ਜਿਹੜਾ ਆਪਣੇ ਨਿਜ ਮਨ ਨੂੰ ਸੰਬੋਧਨ ਕਰੇ। ਦੂਸਰਿਆਂ ਨੂੰ ਉਪਦੇਸ਼ ਦੇਣਾ ਸੁਖੱਲਾ ਹੁੰਦਾ ਹੈ, ਪਰ ਨਿਜ ਮਨ ਨੂੰ ਪ੍ਰਬੋਧ ਦੇ ਕੇ ਉਸ ਉਪਦੇਸ਼ ਦੇ ਅਨੁਸਾਰ ਚਲਾਉਣਾ ਕਠਿਨ ਘਾਟੀ ਹੈ। ਪਰ ਐਸਾ ਨਹੀਂ ਕਿ ਇਹਦੇ ਤੇ ਚੜ੍ਹਿਆ ਨਹੀਂ ਜਾ ਸਕਦਾ। ਇਸ ਕਠਿਨ ਘਾਟੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਇਆ ਜਾ ਸਕਦਾ। ਤੋ ਆਪਣੇ ਨਿਜ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੇ, ਹੇ ਮੇਰਿਆ ਮਨਾ, ਤੂੰ ਆ ਕਿਹਦੀ ਖੋਟੀ ਮੱਤ ਲੈ ਲਈ ਹੈ। ਆਮ ਆਪਾਂ ਅਕਸਰ ਕਹਿ ਦਿੰਦੇ ਆ ਵੀ ਫਲਾਣੇ ਨੇ ਮਾੜਾ ਕੰਮ ਕੀਤਾ, ਉਹਨੂੰ ਪੁੱਛਦੇ ਹੋ ਤੂੰ ਕਿਹਦੀ ਮੱਤ ਲੈ ਲਈ।
ਤੈਨੂੰ ਇਹ ਅਕਲ ਕਿਹਨੇ ਮਾੜੀ ਦੇ ਦਿੱਤੀ? ਜਦੋਂ ਇਹ ਮਨ ਆਪ ਹੁਦਰੀਆਂ ਕਰਦਾ, ਜਦੋਂ ਇਹ ਮਨ ਭੈੜੇ ਫੁਰਨਿਆਂ 'ਚ ਪ੍ਰਵਿਰਤ ਹੁੰਦਾ, ਜਦੋਂ ਇਹ ਮਨ ਮਾੜੇ ਸੰਕਲਪ ਵਿਕਲਪ ਕਰਦਾ, ਜਦੋਂ ਇਹ ਮਨ ਟਿਕਦਾ ਨਹੀਂ ਹੈ, ਜਦੋਂ ਇਹ ਮਨ ਵਿੱਚ ਬੁਰਾਈਆਂ ਆਉਂਦੀਆਂ ਨੇ, ਤਾਂ ਫਿਰ ਉਦੋਂ ਇਸ ਮਨ ਨੂੰ ਕਹਿਣਾ ਪੈਂਦਾ, ਉਹ ਮਨਾ ਤੂੰ ਕਿਹਦੀ ਮੱਤ ਲੈ ਲਈ ਹੈ ਖੋਟੀ? ਕੌਣ? ਕੁਮੱਤ। ਕੁਮੱਤ ਦਾ ਮਤਲਬ ਖੋਟੀ ਮੱਤ, ਭੈੜੀ ਮੱਤ। ਤੂੰ ਕਿਸ ਦੀ ਭੈੜੀ ਤੇ ਖੋਟੀ ਮੱਤ ਜਿਹੜੀ ਆ ਉਹ ਲੈ ਲਈ ਹੈ? ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਪਰਾਈ ਇਸਤਰੀ ਦੇ ਰਸ ਵਿੱਚ ਔਰ ਨਿੰਦਿਆ ਦੇ ਰਸ ਵਿੱਚ ਤੂੰ ਰਚਿਆ ਹੋਇਆ। ਪਰਾਈ ਨਿੰਦਿਆ ਤੇ ਪਰਾਈ ਇਸਤਰੀ ਦੇ ਰਸ ਵਿੱਚ, ਇਹ ਦੋਵੇਂ ਹੀ ਭਿਆਨਕ ਵਿਕਾਰ ਹਨ, ਮਰਨ ਵਿਕਾਰ ਹਨ। ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ। ਮਾੜੀ ਤੇ ਮੰਦ ਭਾਵਨਾ ਰੱਖ ਕੇ, ਮਲਨ ਭਾਵਨਾ ਰੱਖ ਕੇ, ਹੇ ਮੇਰਿਆ ਖੋਟਿਆ ਮਨਾ, ਤੂੰ ਇਹ ਭੈੜੀ ਬਿਰਤੀ ਦਾ ਧਾਰਨੀ ਹੋਇਆ, ਪਰ ਇਸਤਰੀ ਤੇ ਪਰ ਨਿੰਦਾ ਦੇ ਵਿੱਚ ਰਚਿਆ ਹੋਇਆ। ਇਹ ਖੋਟਾ ਰਾਹ ਹੈ ਤੇਰੇ ਵਾਸਤੇ। ਯਾਦ ਰੱਖੀ ਜੈਸਾ ਸੰਗ ਬਿਸੀਅਰ ਕਾ ਹੈ ਰੇ, ਤੈਸੋ ਹੀ ਇਹ ਪਰ ਗ੍ਰਹਿ। ਜਿਵੇਂ ਕਿਸੇ ਵਿਸ਼ੈਲੇ ਸੱਪ ਦੀ ਸੰਗਤ ਦਾ ਅਸਰ ਹੁੰਦਾ ਨਾ, ਵੀ ਉਹਦੇ ਕੋਲ ਰਹਿਣਾ ਔਖਾ ਹੈ, ਇਸੇ ਤਰ੍ਹਾਂ ਹੀ ਪਰਾਏ ਘਰ ਦੇ ਵਿੱਚ ਆਪਣੀ ਮਾੜੀ ਤੇ ਮੰਦੀ ਬਿਰਤੀ ਰੱਖਣੀ, ਇਹ ਉਸੇ ਤਰ੍ਹਾਂ ਹੀ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਿੱਥੇ ਪਰਦਾਰਾ ਦੇ ਰਸ ਵਿੱਚ ਰਚਿਆ ਹੋਇਆ, ਉੱਥੇ ਦੂਸਰਿਆਂ ਦੀ ਨਿੰਦਾ ਸੁਣਨ ਦਾ ਵੀ ਤੈਨੂੰ ਬੜਾ ਸ਼ੌਂਕ ਹੈ। ਕੋਈ ਕਰਨ ਸ਼ੁਰੂ ਕਰੇ ਤਾਂ ਸਹੀ, ਬੜੀ ਰੁਚੀ ਨਾਲ, ਬੜੇ ਚਾਅ ਨਾਲ ਸੁਣਦਾ। ਹਾਂ ਹਾਂ, ਇਦਾਂ ਦਾ ਬੰਦਾ ਹੈ, ਇਦਾਂ ਭੈੜਾ ਕਰਮ ਕਰਦਾ, ਉਹ ਬੜੇ ਚਾਅ ਦੇ ਨਾਲ ਪਰਾਈ ਨਿੰਦਾ ਨੂੰ ਸੁਣਦਾ। ਮਹਾਂਪੁਰਸ਼ਾਂ ਨੇ ਧਰਮ ਗ੍ਰੰਥਾਂ ਵਿੱਚ ਪਰਾਈ ਨਿੰਦਾ ਨੂੰ ਉਲਟੀ ਦੇ ਰੋਗ ਸਮਾਨ ਕਿਹਾ। ਇਹ ਵਮਨ ਰੋਗ ਹੈ। ਪਾਤਸ਼ਾਹ ਕਹਿੰਦੇ, ਤੂੰ ਇਹਦੇ ਰਸ ਵਿੱਚ ਰਚਿਆ ਹੋਇਆ, RAM ਭਗਤ ਨਹਿ ਕੀਨੀ। ਔਰ RAM ਦੀ ਜਿਹੜੀ ਭਗਤੀ ਹੈ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਉਹ ਤੈਂ ਨਹੀਂ ਕੀਤੀ। ਨਿਰੰਕਾਰ ਦੀ ਭਗਤੀ ਦੇ ਵਿੱਚ ਤੂੰ ਤਤਪਰ ਨਹੀਂ ਹੋਇਆ। ਭਗਤੀ ਤੋਂ ਤੂੰ ਮੁਨਕਰ ਹੋਇਆ, ਬੇਮੁਖ ਹੋਇਆ, ਸਾਖਤ ਬਣਿਆ ਫਿਰਦਾ। ਰਹਾਉ ਮੁਕਤ ਪੰਥ ਜਾਣਿਓ, ਤੈ ਨਾਹਨ ਧਨ ਜੋਰਨ ਕੋ ਧਾਇਆ। ਜਿਹੜਾ ਮੁਕਤੀ ਦਾ ਮਾਰਗ ਹੈ, ਮੁਕਤੀ ਦਾ ਪੰਥ ਹੈ, ਉਹ ਤੂੰ ਜਾਣਿਆ ਨਹੀਂ। ਮੁਕਤੀ ਦਾ ਪੰਥ, ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜਾ ਪੰਥ ਚਲਾਇਆ, ਦੁਨੀਆ ਦੇ ਸਾਰੇ ਪੰਥਾਂ ਵਿੱਚੋਂ ਸ੍ਰੇਸ਼ਟ ਤੇ ਸਰਵੋਤਮ ਪੰਥ ਹੈ, ਖਾਲਸਾ ਪੰਥ ਹੈ। ਆਮ ਕਰਕੇ ਆਪਾਂ ਕਹਿ ਦਿੰਦੇ ਆ ਵੀ ਸਿੱਖ ਮੱਤ ਹੈ। ਮੱਤ ਤਾਂ ਫਿਰਕੇ ਦਾ ਨਾਂ ਹੁੰਦਾ, ਪੰਥ ਬੜਾ ਵਿਸ਼ਾਲ ਹੁੰਦਾ। ਸਿੱਖ ਪੰਥ, ਮੱਤ ਸ਼ਬਦ ਸੰਕੀਰਣ ਸ਼ਬਦ ਹੈ। ਉਹ ਤਾਂ ਫਿਰਕੇ ਨੂੰ ਕਿਹਾ ਜਾ ਸਕਦਾ, ਇੱਕ ਕੌਮ ਨੂੰ ਕਿਹਾ ਜਾ ਸਕਦਾ। ਕਲਗੀਧਰ ਜੀ ਨੇ ਪੰਥ ਕਿਹਾ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਚਾਹੋ ਜਹਾਂ ਤਹ ਧਰਮ ਚਲਾਓ, ਇਹ ਧਰਮ ਹੈ, ਇਹ ਪੰਥ ਹੈ। ਔਰ ਦੁਨੀਆ ਦੇ ਸਾਰੇ ਪੰਥਾਂ ਚੋਂ ਸ੍ਰੇਸ਼ਟ ਤੇ ਸਰਵੋਤਮ ਪੰਥ ਹੈ। ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਇਹ ਮੁਕਤੀ ਦਾ ਪੰਥ ਹੈ, ਇਹ ਭੁਗਤੀ ਦਾ ਪੰਥ ਹੈ, ਇਹ ਜੁਗਤੀ ਦਾ ਪੰਥ ਹੈ। ਐਸੇ ਮੁਕਤੀ ਦੇ ਪੰਥ ਨੂੰ ਤੂੰ ਜਾਣਿਆ ਨਹੀਂ, ਔਰ ਕੇਵਲ ਧਨ ਇਕੱਠਾ ਕਰਨ ਵਾਸਤੇ ਦਿਨ ਰਾਤ ਇੱਕ ਕਰੀ ਜਾਂਦਾ, ਦੌੜਿਆ ਫਿਰਦਾ। ਧਨ ਜੋੜਨ ਕਉ ਧਾਇਆ, ਧਨ ਨੂੰ ਜੋੜਨ ਵਾਸਤੇ ਦਿਨ ਰਾਤ ਭੱਜਿਆ ਫਿਰਦਾ। ਨਾ ਦਿਨੇ ਚੈਨ ਹੈ, ਨਾ ਰਾਤ ਨੂੰ ਚੈਨ ਹੈ।
ਏਦਾਂ ਦੀ ਤੇਰੀ ਪ੍ਰਵਿਰਤੀ ਮੇਰਿਆ ਮਨਾ ਬਣੀ ਹੋਈ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਪਾਤਸ਼ਾਹ ਕਹਿੰਦੇ ਅੰਤ ਵੇਲੇ ਜਦੋਂ ਮਰਿਆ ਤੇ ਜਿਹੜਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਿਹਾ, ਉਹ ਸੰਬੰਧੀਆਂ ਨੇ ਨਾਲ ਨਹੀਂ ਟੋਰਿਆ ਵੀ ਸਾਰੀ ਜ਼ਿੰਦਗੀ ਕਮਾਉਂਦਾ ਰਿਹਾ ਤੇ ਇਹਦੇ ਨਾਲ ਟੋਰ ਦਈਏ। ਉਹਦੇ ਤੇ ਉਹਨਾਂ ਨੇ ਵੰਡੀਆਂ ਪਾ ਕੇ ਆਪਸ ਵਿੱਚ ਵੰਡ ਲਿਆ, ਤੇਰੇ ਨਾਲ ਨਹੀਂ ਭੇਜਿਆ। ਤੂੰ ਫਜ਼ੂਲ ਹੀ ਵਿਅਰਥ ਹੀ ਆਪਣਾ ਆਪ ਇਹਦੇ ਵਿੱਚ ਬਣਾਈ ਰੱਖਿਆ, ਬਿਰਥਾ ਆਪ ਬੰਧਾਇਆ। ਹਾਂ ਮਾਇਆ ਗੁਜਰਾਨ ਹੈ, ਚਾਹੀਦੀ ਹੈ, ਪਰ ਮਾਇਆ ਜ਼ਿੰਦਗੀ ਨਹੀਂ ਹੈ। ਪੈਸਾ ਧਨ ਗੁਜਰਾਨ ਹੈ, ਸਰੀਰਕ ਲੋੜਾਂ ਪਰਿਵਾਰਕ ਲੋੜਾਂ ਪੂਰੀਆਂ ਕਰਨ ਵਾਸਤੇ ਚਾਹੀਦੇ, ਪਰ ਇਹ ਜ਼ਿੰਦਗੀ ਨਹੀਂ ਹੈ, ਇਹ ਜੀਵਨ ਨਹੀਂ ਹੈ। ਖਾਣਾ ਭੋਜਨ ਸਾਡੇ ਜੀਵਨ ਦੇ ਵਾਸਤੇ ਜ਼ਰੂਰੀ ਹੈ, ਪਰ ਖਾਣਾ ਹੀ ਜੀਵਨ ਨਹੀਂ ਹੈ। ਤਨ ਤੇ ਕੱਪੜੇ ਪਾ ਕੇ ਤਨ ਨੂੰ ਕੱਢਣਾ ਜ਼ਰੂਰੀ ਹੈ, ਪਰ ਜਿਹੜੇ ਕੀਮਤੀ ਕੱਪੜੇ ਨੇ ਉਹੀ ਜ਼ਿੰਦਗੀ ਨਹੀਂ ਹੈ। ਅਸੀਂ ਇਹਨਾਂ ਕੰਮਾਂ ਨੂੰ ਤਰਜੀਹ ਦੇ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਪ੍ਰਯੋਜਨ ਹੈ ਉਹ ਭੁੱਲੀ ਬੈਠੇ ਹਾਂ। ਸਾਨੂੰ ਸਾਡੇ ਜੀਵਨ ਦਾ ਪ੍ਰਯੋਜਨ ਨਹੀਂ ਪਤਾ, ਬੋਧ ਨਹੀਂ ਹੈ। ਪਾਤਸ਼ਾਹ ਕਹਿੰਦੇ ਸਾਰੀ ਜ਼ਿੰਦਗੀ ਤੂੰ ਧਨ ਜੋੜਨ ਵਾਸਤੇ ਦੌੜਿਆ ਰਿਹਾ, ਜਦੋਂ ਮਰਿਆ ਤੇ ਤੇਰੇ ਨਾਲ ਅੰਤ ਵੇਲੇ ਨਹੀਂ ਟੋਰਿਆ ਰਿਸ਼ਤੇਦਾਰਾਂ ਨੇ, ਤੂੰ ਵਿਅਰਥ ਹੀ ਆਪਣਾ ਆਪ ਇਹਦੇ ਵਿੱਚ ਬਣਾਈ ਰੱਖਿਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਨਾ ਤੂੰ ਹਰੀ ਦਾ ਭਜਨ ਕੀਤਾ ਤੇ ਨਾ ਹੀ ਗੁਰੂ ਜਨਾਂ ਦੀ ਸੇਵਾ ਕੀਤੀ। ਗੁਰੂ ਪੀਰ ਦੀ ਸ਼ਰਨ ਵਿੱਚ ਨਹੀਂ ਆਇਆ, ਨਗੋਰਾ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਹੁਣ ਜੇ ਗੁਰੂ ਹੀ ਨਹੀਂ ਸੀ ਤੇ ਫਿਰ ਗਿਆਨ ਕਿਵੇਂ ਹੁੰਦਾ? ਇਸ ਕਰਕੇ ਪਾਤਸ਼ਾਹ ਕਹਿੰਦੇ ਹਿਰਦੇ 'ਚ ਗਿਆਨ ਵੀ ਨਹੀਂ ਉਪਜਿਆ। ਨਹਿ ਉਪਜਿਓ ਕਛ ਗਿਆਨਾ। ਹਿਰਦੇ ਵਿੱਚ ਗਿਆਨ, ਕਿਉਂਕਿ ਗਿਆਨ ਤਾਂ ਗੁਰੂ ਕੋਲੋਂ ਆਉਣਾ ਸੀ। ਗੁਰੂ ਦੀ ਤਾਂ ਸੇਵਾ ਹੀ ਨਹੀਂ ਕੀਤੀ, ਗੁਰੂ ਦੀ ਤਾਂ ਸ਼ਰਨ ਵਿੱਚ ਨਹੀਂ ਆਇਆ ਤੂੰ। ਔਰ ਤੇਰੇ ਹਿਰਦੇ ਵਿੱਚ ਨਾ ਹੀ ਤੈਨੂੰ ਸੋਝੀ ਪੈਦਾ ਹੋਈ, ਗਿਆਨ ਉਤਪਨ ਹੋਇਆ। ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਉਹ ਨਿਰੰਜਨ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੇਰੇ ਇਸ ਘਟ ਦੇ ਅੰਦਰ ਹੀ ਸੀ। ਆ ਜਿਹੜਾ ਘਟ ਸਰੀਰ ਕਾਇਆ ਇਹਦੇ ਅੰਦਰ ਹੀ ਸੀ, ਤੇ ਤੂੰ ਲੱਭਦਾ ਫਿਰਦਾ ਜੰਗਲਾਂ ਵਿੱਚ ਜਾ ਕੇ, ਬੀਆਬਾਨ ਉਜਾੜਾਂ ਵਿੱਚ ਜਾ ਕੇ। ਬਾਦਸ਼ਾਹ ਕਹਿੰਦੇ ਜੰਗਲ ਜੰਗਲ ਕਿਆ ਭਵ ਹੈ, ਕੀ ਫਿਰ ਫਿਰ ਕੇ ਵੇਖਦਾ ਜੰਗਲਾਂ ਵਿੱਚ। ਜੋ ਤੇਰੇ ਅੰਦਰ ਹੈ ਤੂੰ ਉਹਨੂੰ ਨਹੀਂ ਜਾਣਿਆ। ਬਾਹਰ ਜਾ ਕੇ ਜੰਗਲਾਂ ਵਿੱਚ ਬੀਆਬਾਨ ਤੇ ਉਜਾੜਾਂ ਵਿੱਚ ਤੂੰ ਕੀ ਲੱਭਦਾ ਹੈ? ਬਹੁਤ ਜਨਮ ਪਰ ਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਬੜੇ ਜਨਮ ਨੇ, ਜਿਨ੍ਹਾਂ ਜਨਮਾਂ ਵਿੱਚ ਭਰਮਦਿਆਂ ਹਾਰ ਗਿਆ, ਆਪਣੇ ਹਰ ਜਨਮ ਨੂੰ ਹਾਰਿਆ। ਤੇ ਜਿਹੜੀ ਟਿਕ ਜਾਣ ਵਾਲੀ ਮਤ ਹੈ ਤੂੰ ਉਹ ਪ੍ਰਾਪਤ ਨਹੀਂ ਕੀਤੀ। ਟਿਕਾ ਵਾਲੀ ਭਰਮਦਾ ਰਿਹਾ ਪਰ ਟਿਕਾ ਨਹੀਂ ਤੈਨੂੰ ਮਿਲਿਆ। ਟਿਕ ਜਾਣ ਵਾਲੀ ਜਿਹੜੀ ਗੁਰੂ ਕੀ ਮੱਤ ਸੀ ਉਹ ਤੂੰ ਪ੍ਰਾਪਤ ਨਹੀਂ ਕੀਤੀ। ਖੋਟੀ ਮੱਤ ਗ੍ਰਹਿਣ ਕੀਤੀ ਰੱਖੀ, ਜਿਹਦੇ ਕਰਕੇ ਭਰਮਦਾ ਰਿਹਾ। ਪਰ ਜਿਸ ਨਾਲ ਤੈਨੂੰ ਟਿਕਾ ਮਿਲਣੀ ਸੀ, ਤੇਰੇ ਮਨ ਨੂੰ ਸ਼ਾਂਤੀ ਮਿਲਣੀ ਸੀ, ਸਹਿਜ ਤੇ ਧੀਰਜ ਮਿਲਣਾ ਸੀ, ਉਹ ਮੱਤ ਤੂੰ ਪ੍ਰਾਪਤ ਨਹੀਂ ਕੀਤੀ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਪਾਤਸ਼ਾਹ ਕਹਿੰਦੇ ਤੈਨੂੰ ਇਹ ਮਾਨਸ ਦੇਹ ਦੀ ਪਦਵੀ ਪ੍ਰਾਪਤ ਹੋਈ ਹੈ। ਇਹ ਕਿਉਂ ਮਿਲੀ ਹੈ? ਤੈਨੂੰ ਤਾਂ ਮਿਲੀ ਹੈ ਕਿ ਤੂੰ ਇਹਨੂੰ ਪ੍ਰਾਪਤ ਕਰਕੇ ਹਰੀ ਦਾ ਭਜਨ ਕਰੇ।
ਕੋਈ ਪੁੱਛੇ ਵੀ ਤੈਨੂੰ ਮਨੁੱਖਾ ਸਰੀਰ ਕਿਉਂ ਮਿਲਿਆ, ਤੇ ਨੌਵੇਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ, ਹਰੀ ਦਾ ਭਜਨ ਕਰਨ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰੀਆਂ ਗੱਲਾਂ ਦੀ ਇੱਕੋ ਗੱਲ ਦੱਸ ਦਿੱਤੀ ਹੈ ਤੈਨੂੰ, ਕਿ ਇਹ ਦੇ ਇਹ ਮਨੁੱਖੀ ਜਾਮਾ ਤੈਨੂੰ ਹਰੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਪ੍ਰਾਪਤ ਹੋਇਆ।